ਧੰਨ ਵਾਹਿਗੁਰੂ ਸਾਹਿਬ ਜੀ। ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਦਾਤ ਜਾਣੇ ਨਿਸ਼ਾਨ। ਗਾਵੇ ਕੋ ਗੁਣ ਵਡਿਆਈਆਂ ਚਾਰ, ਗਾਵੇ ਕੋ ਵਿਦਿਆ ਵਿਖੰਬੀ ਚਾਰ। ਗਾਵੇ ਕੋ ਸਾਜ ਕਰੇ ਤਨ ਖੇ, ਗਾਵੇ ਕੋ ਜੀ ਲੈ ਫਿਰਦੇ। ਗਾਵੇ ਕੋ ਜਾਪੈ ਦਿਸੇ ਦੂਰ, ਗਾਵੇ ਕੋ ਵੇਖੇ ਹਾਦਰਾ ਹਦੂਰ। ਕਥਨਾ ਕਥੀ ਨ ਆਵੈ ਟੋਟ, ਕਥ ਕਥ ਕਥੀ ਕੋਟਿ ਕੋਟ ਕੋਟ। ਜਿੰਦਾ ਦੇ ਲੈਂਦੇ ਥਕ ਪਾਹੇ, ਜਗਾ ਜਗਾੰਤਰ ਖਾਹੀ ਖਾਹੇ। ਹੁਕਮੀ ਹੁਕਮ ਚਲਾਏ ਰਾ, ਨਾਨਕ ਵਿਗਸੇ ਬੇਪਰਵਾਹ। ਹੁਕਮੀ ਹੁਕਮ ਚਲਾਏ ਰਾ, ਨਾਨਕ ਵਿਗਸੇ ਬੇਪਰਵਾਹ। ਜੁਗੋ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਤਿੰਨਾਂ ਦੀ ਨਿਗਦੀ ਗੋ ਦਾ ਆਨੰਦ ਮਾਣ ਰਹੇ ਸਤਸੰਗੀ ਜਨੋ। ਅਸੀਂ ਅਤ ਧੰਨਤਾ ਦੇ ਪਾਤਰ ਹਾਂ, ਜੋ ਉਸ ਅਕਾਲ ਪੁਰਖ ਦੀਆਂ ਵਡਿਆਈਆਂ ਨੂੰ ਸਰਵਣ ਕਰਦੇ ਹੋਏ ਇਸ ਸਮੇਂ ਅਸੀਂ ਸੰਗਤ ਦੇ ਰੂਪ ਵਿੱਚ ਇਕੱਤਰ ਹੋਏ ਹਾਂ। ਸੋ ਸਤਸੰਗੀ ਜਨੋ, ਕਥਾ ਵਿਚਾਰਾਂ ਆਰੰਭਣ ਤੋਂ ਪਹਿਲਾਂ ਸਤਿਗੁਰਾਂ ਪਾਸੋਂ ਬਖਸ਼ੀ ਹੋਈ ਫਤਿਹ ਨੂੰ ਗਜਾਉਣਾ ਕਰੀਏ ਜੀ। ਝੁਕਾਓ ਜੀ ਸੀਸ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਅਸੀਂ ਦੂਜੀ ਪੌੜੀ ਦੀ ਵਿਆਖਿਆ ਸਰਵਣ ਕੀਤੀ ਸੀ ਤੇ ਅੱਜ ਤੀਜੀ ਪੌੜੀ ਧੰਨ ਵੀਰੇ ਨਾਨਕ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਦੀ ਤੀਜੀ ਪੌੜੀ ਦੇ ਅੰਦਰ ਕਹਿ ਦਿੱਤਾ ਕਿ ਗਾਵੇ ਕੋ ਤਾਣ ਹੋਵੇ ਕਿਸੇ ਤਾਣ। ਤਾਣ ਦਾ ਅਰਥ ਹੈ ਤਾਕਤ। ਜੇ ਕੋਈ ਉਸ ਦੇ ਪ੍ਰਮਾਤਮਾ ਨੂੰ ਗਾਉਣਾ ਚਾਹੁੰਦਾ ਹੋਵੇ, ਤਾਕਤ ਜਿਤਨੀ ਮਰਜ਼ੀ ਲਗਾ ਲਵੇ, ਹੋਵੇ ਕਿਸੇ ਤਾਣ ਕਹਿੰਦੇ ਭਾਵ ਜਿੰਨੀ ਮਰਜ਼ੀ ਗਾ ਕੇ ਉਹ ਤਾਕਤ ਲਾ ਲਵੇ, ਪਰ ਉਹ ਪ੍ਰਮਾਤਮਾ ਦੀ ਵਡਿਆਈ ਦਾ ਕਰ ਹੀ ਨਹੀਂ ਸਕਦਾ। ਕਿਉਂ ਨਹੀਂ ਕਰ ਸਕਦਾ? ਕਿਉਂਕਿ ਪ੍ਰਮਾਤਮਾ ਦੀ ਵਡਿਆਈ ਅੰਤ ਹੈ। ਜਿਸ ਤਰ੍ਹਾਂ ਕਹਿੰਦੇ ਇਸ ਸੰਸਾਰ ਦਾ ਕਿਸੇ ਨੇ ਅੰਤ ਨਹੀਂ ਪਾਇਆ, 84 ਲੱਖ ਜੂਨਾਂ ਦਾ ਕਿਸੇ ਨੇ ਅੰਤ ਨਹੀਂ ਪਾਇਆ, ਤੇ ਉਸੇ ਤਰ੍ਹਾਂ ਕਹਿੰਦੇ ਪ੍ਰਮਾਤਮਾ ਜੀ ਦੀ ਦਾਤ ਆ ਜਿਹੜੀ ਉਹ ਗਾਉਣ ਨਾਲ ਕਿਤੇ ਨਹੀਂ ਪ੍ਰਗਟ ਹੋ ਸਕਦੀ। ਗਾਵੇ ਕੋ ਦਾਤ ਜਾਣੇ ਨਿਸ਼ਾਨ, ਕਹਿੰਦੇ ਉਸ ਪਰਮਾਤਮਾ ਦੀ ਜਿਹੜੀ ਦਾਤ ਆ, ਕਹਿੰਦੇ ਉਹ ਨਿਸ਼ਾਨ ਭਾਵ ਜਾਣ ਕੇ ਵੀ ਨਿਸ਼ਾਨ ਵਜੋਂ ਵੀ ਦੱਸੀ ਨਹੀਂ ਜਾ ਸਕਦੀ ਕਿ ਪਰਮਾਤਮਾ ਦੀ ਦਾਤ ਇਸ ਤਰ੍ਹਾਂ ਦੀ ਹੋ ਸਕਦੀ ਹੈ, ਕਿਉਂਕਿ ਪਰਮਾਤਮਾ ਤਾਂ ਸਭ ਨੂੰ ਦੇ ਰਿਹਾ ਵਾ। ਦਿੰਦਾ ਦੇ ਲੈਂਦੇ ਥਕ ਪਾਹੇ, ਕਹਿੰਦੇ ਮਨੁੱਖ ਫਿਰ ਉਸ ਪਰਮਾਤਮਾ ਤੋਂ ਲੈਂਦਾ ਲੈਂਦਾ ਥੱਕ ਜਾਂਦਾ ਹੈ। ਪਰਮਾਤਮਾ ਜੀ ਦਾਤਾਂ ਦਿੰਦੇ ਨਹੀਂ ਥੱਕਦੇ, ਕਿਉਂਕਿ ਪਰਮਾਤਮਾ ਵਿੱਚ ਗੁਣ ਹੈ। ਅਸੀਂ ਤਾਂ ਔਗਣਾਂ ਨਾਲ ਭਰੇ ਹੋਏ ਹਾਂ, ਸਾਡੇ ਅੰਦਰ ਤਾਂ ਵਿਕਾਰ ਚੱਲ ਰਹੇ ਨੇ, ਪਰਮਾਤਮਾ ਜੀ ਇਹਨਾਂ ਤੋਂ ਨਿਰਲੇਪ ਨੇ। ਗਾਵੇ ਕੋ ਦਾਤ ਜਾਣੇ ਨਿਸ਼ਾਨ, ਕਹਿੰਦੇ ਫਿਰ ਜੇ ਉਸ ਨੂੰ ਗਾ ਲਵੇ, ਗਾਣ ਦੀਆਂ ਉਸ ਨੂੰ ਨਿਹਚਾ ਰੱਖੇ ਵੀ ਮੈਂ ਇਸ ਪਰਮਾਤਮਾ ਨੂੰ ਗਾ ਕੇ ਬਿਆਨ ਕਰ ਸਕਦਾ, ਤੇ ਕਹਿੰਦੇ ਇਹ ਤੇਰੀ ਭੁਲੇਖਾ ਵਾ। ਤੇ ਜੇ ਕਬੀਰ ਜੀ ਤੋਂ ਪੁੱਛਣਾ ਕਰੀਏ ਕਿ ਕਬੀਰ ਜੀ ਤੁਸੀਂ ਦੱਸੋ ਵੀ ਉਸ ਪਰਮਾਤਮਾ ਨੂੰ ਗਾਇਆ ਜਾ ਸਕਦਾ, ਉਸ ਦੀ ਵਡਿਆਈ ਲਿਖੀ ਜਾ ਸਕਦੀ ਆ, ਤੇ ਕਬੀਰ ਜੀ ਵੀ ਕਹਿ ਦਿੰਦੇ ਆ, ਕਹਿੰਦੇ ਜਿਵੇਂ ਇਸ ਧਰਤੀ ਨੂੰ ਕਾਗਜ਼ ਬਣਾ ਲਵਾਂ, ਜਿਹੜੀ ਇਹ ਬਨਸਪਤ ਆ ਕਹਿੰਦੇ ਇਹਨੂੰ ਕਲਮ ਕਰ ਲਵਾਂ, 7 ਸਮੁੰਦਰਾਂ ਦੇ ਪਾਣੀ ਨੂੰ ਮੈਂ ਛਾਈ ਬਣਾ ਲਵਾਂ, ਕਹਿੰਦੇ ਫਿਰ ਵੀ ਉਸ ਪਰਮਾਤਮਾ ਦੀ ਵਡਿਆਈ ਲਿਖਦੇ ਇਹ ਸਭ ਕੁਝ ਮੁੱਕ ਜਾਵੇਗਾ, ਪਰ ਉਹ ਪਰਮਾਤਮਾ ਦੀ ਜੋ ਵਡਿਆਈ ਲਿਖਾਂਗਾ ਉਹ ਨਹੀਂ ਮੁੱਕਣੀ। ਤੇ ਕਬੀਰ ਜੀ ਬਚਨ ਕਰਦੇ ਨੇ, ਕਹਿੰਦੇ ਇਸ ਸੰਸਾਰ ਅੰਦਰ
ਆਉਂਦੇ ਤਾਂ ਬਹੁਤ ਨੇ, ਜਾਂਦੇ ਵੀ ਬਹੁਤ ਨੇ। ਭਾਵ ਜਿਸ ਤਰ੍ਹਾਂ ਉਹ ਮਾਂ ਇੱਕ ਆਪਣੇ ਪੁੱਤਰ ਦੀ ਵਡਿਆਈ ਨੂੰ ਬਿਆਨ ਕਰਦੀ ਹੈ, ਤੇ ਕਬੀਰ ਜੀ ਵੀ ਉਸੇ ਤਰ੍ਹਾਂ ਹੀ ਪਰਮਾਤਮਾ ਦੀ ਵਡਿਆਈ ਨੂੰ ਬਿਆਨ ਕਰਦੇ ਨੇ। ਕਬੀਰ ਸਾਤ ਸਮੁੰਦਰ ਮਸ ਕਰੋ, ਕਲਮ ਕਰੋ ਬਨ ਰਾਏ, ਬਸੁਦਾ ਕਾਗਜ਼ ਜੋ ਕਰੋ, ਹਰ ਜਸ ਲਿਖਣ ਨਾ ਜਾਏ। ਕਹਿੰਦੇ ਫਿਰ ਉਸ ਦਾ ਜਸ ਹੀ ਨਹੀਂ ਲਿਖਿਆ ਜਾ ਸਕਦਾ, ਕਿਉਂਕਿ ਇਸ ਬਨਸਪਤੀ ਨੂੰ ਕਹਿੰਦੇ ਮੈਂ ਚਲਾਉਂਦਾ ਚਲਾਉਂਦਾ ਇਹ ਬਨਸਪਤੀ ਘਸ ਜਾਵੇਗੀ, ਮੁੱਕ ਜਾਵੇਗੀ ਇੱਕ ਦਿਨ। ਜੋ ਸਮੁੰਦਰ ਦੀ ਛਾਈ ਬਣਾਵਾਂਗਾ ਉਹ ਮੁੱਕ ਜਾਵੇਗੀ। ਕੀ ਪਤਾ ਮੈਂ ਧਰਤੀ ਦੀ ਹਿੱਕ ਤੇ ਉਸ ਦੀ ਪਰਮਾਤਮਾ ਦੀ ਵਡਿਆਈ ਲਿਖਾਂ, ਇਹ ਘਟ ਜਾਵੇ। ਕਹਿੰਦੇ ਪਰ ਪਰਮਾਤਮਾ ਦਾ ਕਿਸੇ ਨੇ ਅੰਤ ਨਹੀਂ ਪਾਇਆ, ਉਹਦਾ ਕੋਈ ਨਿਸ਼ਾਨ ਹੀ ਨਹੀਂ ਹੈ। ਤੇ ਅਗਲੀਆਂ ਪੰਕਤੀਆਂ ਵਿੱਚ ਕਹਿ ਦਿੱਤਾ ਕਿ ਗਾਵੇ ਕੋ ਗੁਣ ਵਡਿਆਈਆਂ ਚਾਰ। ਕਹਿੰਦੇ ਜਿਹੜੇ ਉਹਨੂੰ ਪਰਮਾਤਮਾ ਨੂੰ ਗਾਉਂਦੇ ਨੇ ਉਹਨਾਂ ਨੂੰ ਵਡਿਆਈਆਂ ਬਖਸ਼ਿਸ਼ ਹੁੰਦੀਆਂ ਨੇ। ਤੇ ਅਸੀਂ ਦੇਖੀਏ ਕਿ ਧਰੂ ਨੇ, ਧੂ ਪ੍ਰਹਿਲਾਦ ਜੋ ਇਤਿਹਾਸ ਵਿੱਚ ਨਾਮ ਆਉਂਦਾ, ਅਸੀਂ ਅਨੇਕਾਂ ਹੀ ਤਰ੍ਹਾਂ ਦੀਆਂ ਸਾਖੀਆਂ ਸੁਣੀਆਂ ਨੇ ਕਿ ਧਰੂ ਪ੍ਰਹਿਲਾਦ ਉਹ ਹੈ ਕਿ ਰਾਜੇ ਦਾ ਪੁੱਤਰ ਹੋਣ ਕਰਕੇ ਵੀ ਉਹ ਆਪਣੇ ਪਿਤਾ ਦਾ ਨਾਮ ਨਹੀਂ ਜਪ ਰਿਹਾ, ਉਹ ਪਰਮਾਤਮਾ ਦਾ ਨਾਮ ਜਪ ਰਿਹਾ। ਉਹਨਾਂ ਨੂੰ ਵਡਿਆਈਆਂ ਮਿਲ ਰਹੀਆਂ ਨੇ। ਤੇ ਸਤਿਗੁਰੂ ਜੀ ਅੱਗੇ ਸਮਝਾਉਣਾ ਕਰਦੇ ਨੇ, ਕਹਿੰਦੇ ਜੇ ਉਸ ਦੇ ਗੁਣ ਧਾਰਨ ਕਰ ਲਵੇ ਨਾ, ਗਾਵੇ ਕੋ ਗੁਣ ਵਡਿਆਈਆਂ ਚਾਰ, ਕਹਿੰਦੇ ਫਿਰ ਉਸ ਨੂੰ ਚੌਹਾਂ ਦਿਸ਼ਾਵਾਂ ਵਿੱਚ ਵਡਿਆਈਆਂ ਹੋਣ ਲੱਗ ਜਾਂਦੀਆਂ ਨੇ। ਗਾਵੇ ਕੋ ਵਿਦਿਆ ਵਿਖਮ ਵਿਚਾਰ, ਕਹਿੰਦੇ ਜੇ ਕੋਈ ਕਵੇ ਨਾ ਮੈਂ ਆਪਣੀ ਵਿਦਿਆ ਦੇ ਨਾਲ ਉਸ ਪਰਮਾਤਮਾ ਨੂੰ ਵਿਖਮ ਭਾਵ ਉਸ ਨੂੰ ਲਿਖ ਸਕਦਾ ਵੀ ਕਿੰਨਾ ਕੁ ਹੈ, ਅੰਦਾਜ਼ਾ ਲਾ ਕੇ ਦੱਸ ਸਕਦਾ ਵੀ ਕਿ ਪਰਮਾਤਮਾ ਕਿੱਡਾ ਕੁ ਹੈ, ਕਹਿੰਦੇ ਇਹ ਵੀ ਉਸ ਦਾ ਭੁਲੇਖਾ ਹੋਵੇਗਾ। ਗਾਵੇ ਕੋ ਵਿਦਿਆ ਵਿਖਮ ਵਿਚਾਰ, ਕਹਿੰਦੇ ਵਿਦਿਆ ਨਾਲ ਵੀ ਉਸ ਪਰਮਾਤਮਾ ਨੂੰ ਪਾਇਆ ਨਹੀਂ ਜਾ ਸਕਦਾ, ਲਿਖਿਆ ਨਹੀਂ ਜਾ ਸਕਦਾ। ਪਹਿਲੀ ਪੌੜੀ ਦੇ ਅੰਦਰ ਕਿਹਾ ਸੀ ਉਹਨਾਂ ਨੇ ਵੀ ਇਸ਼ਨਾਨ ਕਰਨ ਨਾਲ ਇਸ ਸੰਸਾਰ ਅੰਦਰ ਤੇਰਾ ਮਨ ਨਹੀਂ ਸਾਫ਼ ਹੋਣ ਲੱਗਿਆ। ਦੂਸਰੇ ਵਿੱਚ ਪੌੜੀ ਵਿੱਚ ਸਰਵਣ ਕੀਤਾ ਕਿ ਹੁਕਮ ਪਰਮਾਤਮਾ ਜੋ ਚੱਲਦਾ ਉਸ ਦੇ ਭਾਣੇ ਅੰਦਰ ਸਭ ਕੁਝ ਹੈ। ਤੇ ਇੱਥੇ ਵੀ ਗੱਲ ਆਈ ਹੈ ਕਿ ਵਿਦਿਆ ਵਿਖਮ ਵਿਚਾਰ, ਕਿ ਉਸ ਦੀ ਵਿਚਾਰਨ ਵਾਲੀ ਨੂੰ ਬਿਰਤੀ ਨੂੰ ਰੱਖ ਤਾਂ ਉਸ ਨੂੰ ਗਾ। ਇਹ ਨਾ ਸੋਚ ਕਿ ਮੈਂ ਆਪਣੀ ਵਿਦਿਆ ਦੇ ਨਾਲ ਉਸ ਪਰਮਾਤਮਾ ਦਾ ਅੰਤ ਪਾ ਲਵਾਂਗਾ, ਉਸ ਪਰਮਾਤਮਾ ਨੂੰ ਜਾਣ ਲਵਾਂਗਾ। ਕਹਿੰਦੇ ਵਿਦਿਆ ਵੀ ਤੇਰੀ ਇੱਕ ਦਿਨ ਧਰੀ ਧਰਾਈ ਰਹਿ ਜਾਵੇਗੀ। ਕਿਉਂਕਿ ਤੂੰ ਦੁਨਿਆਵੀ ਵਿਦਿਆ ਸਿੱਖੀ ਹੈ, ਗੁਰੂ ਦੀ ਵਿਦਿਆ ਨਾਲ ਤਾਂ ਤੇਰਾ ਵਾਹ ਹੀ ਨਹੀਂ ਪਿਆ। ਜਿੱਦਾਂ ਕਹਿੰਦੇ ਤੇਰੀ ਗੁਰੂ ਦੀ ਵਿਦਿਆ ਨਾਲ ਵਾਹ ਪੈ ਗਿਆ, ਜਿਹੜੀ ਤੇਰੀ ਦੁਨਿਆਵੀ ਵਿਦਿਆ ਵਾ ਇੱਕ ਦਿਨ ਖੰਡਰ ਹੋ ਜਾਵੇਗੀ, ਨਾਸ਼ ਹੋ ਜਾਵੇਗੀ। ਕਹਿੰਦੇ ਉਸ ਵਿਦਿਆ ਨਾਲ ਤੇਰਾ ਮੁੱਲ ਪੈਣਾ। ਗਾਵੇ ਕੋ ਵਿਦਿਆ ਵਿਖਮ ਵਿਚਾਰ, ਜਿਸ ਵਾਹਿਗੁਰੂ ਨੇ ਉਸ ਪਰਮਾਤਮਾ ਨੇ ਸੋਚ ਦਿੱਤੀ ਹੈ, ਕਹਿੰਦੇ ਉਸ ਨਾਲ ਤੈਨੂੰ ਗਿਆਨ ਤਾਂ ਮਿਲ ਗਿਆ, ਪਰ ਉਸ ਗਿਆਨ ਨਾਲ ਤੂੰ ਪਰਮਾਤਮਾ ਦਾ ਅੰਤ ਹੀ ਨਹੀਂ ਪਾ ਸਕਦਾ। ਤੇ ਅਗਲੀ ਪੰਕਤੀ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਸਮਝਾਉਣਾ ਚਾਹੁੰਦੇ ਨੇ, ਕਹਿੰਦੇ ਗਾਵੇ ਕੋ ਸਾਜ ਕਰੇ ਤਨ ਖੇ। ਇੱਥੇ ਇੱਕ ਗੱਲ ਆਉਂਦੀ ਹੈ ਕਿ ਪਰਮਾਤਮਾ ਨੇ ਜੀਵ ਨੂੰ ਸੰਸਾਰ ਅੰਦਰ ਭੇਜਿਆ, ਉਸ ਦਾ ਸਰੀਰ ਬਣਾਇਆ। ਸਰੀਰ ਕਿਸ ਤਰ੍ਹਾਂ ਬਣਾਇਆ? ਕਹਿੰਦੇ ਹੱਡੀਆਂ ਦੀ ਜੋੜ ਜੋੜੀ ਜੁਗਤ ਨਾ, ਸਤਿਗੁਰਾਂ ਬਣਾਇਆ ਇੱਕ ਬੰਦਾ ਏ। ਬੰਦਾ ਹੋ ਕੇ ਬੰਦਗੀ ਨਾ ਕਰੇ ਇਸ ਸਤਿਗੁਰ ਦੀ, ਬੰਦਗੀ ਬਗੈਰ ਬੰਦਾ ਗੰਦਗੀ ਤੋਂ ਗੰਦਾ ਹੈ। ਕਹਿੰਦੇ ਉਹ ਗੰਦਗੀ ਤੋਂ ਵੀ ਗੰਦਾ ਮਨੁੱਖ ਆ ਜੋ ਇਸ ਸੰਸਾਰ ਅੰਦਰ ਆ ਕੇ ਉਸ ਪਰਮਾਤਮਾ ਦੀ ਵਡਿਆਈ ਸਰਵਣ ਨਹੀਂ ਕਰਦਾ, ਉਸ ਦੇ ਗੁਣ ਗਾਇਨ ਨਹੀਂ ਕਰਦਾ। ਗਾਵੇ ਕੋ ਸਾਜ ਕਰੇ ਤਨ ਖੇ, ਕਹਿੰਦੇ ਫਿਰ ਉਸ ਪਰਮਾਤਮਾ ਇਸ ਸੰਸਾਰ ਅੰਦਰ ਮਨੁੱਖ ਨੂੰ ਸਾਜਦਾ ਤਾਂ ਹੈ, ਪਰ ਉਹ ਜਦੋਂ ਹੰਕਾਰ ਕਰ ਲੈਂਦਾ ਨਾ ਕਿ ਮੇਰੇ ਤੋਂ ਵੱਡਾ ਕੁਝ ਹੈ ਹੀ ਨਹੀਂ, ਪਰਮਾਤਮਾ ਨੂੰ ਭੁਲਾ ਦਿੰਦਾ। ਕਹਿੰਦੇ ਫਿਰ ਕੇਲ ਕਰਿੰਦੇ ਹੰਝ ਨੂੰ ਅਚਿੰਤੇ ਬਾਜ ਪੈ, ਕਹਿੰਦੇ ਫਿਰ ਉਸ
ਫਰੀਦ ਜੀ ਸੋਚਦੇ ਨੇ ਕਿ ਇਸ ਸੰਸਾਰ ਅੰਦਰ ਜੋ ਵੀ ਆਇਆ ਉਸਨੇ ਮੁੱਕ ਜਾਣਾ। ਤੇ ਫਰੀਦ ਜੀ ਨਾਲ ਇੱਕ ਘਟਨਾ ਬੜੀ ਅਨੋਖੀ ਜੀ ਵਾਪਰੀ ਹੈ। ਫਰੀਦ ਜੀ ਕਿਤੇ ਕਾਲੇ ਕਦਮੀ ਘਰ ਜਾ ਰਹੇ ਨੇ ਤੇ ਦਰਿਆ ਦੇ ਕਿਨਾਰੇ ਦੇਖ ਰਹੇ ਨੇ ਕਿ ਇੱਕ ਬਗਲਾ ਬੈਠਾ ਕੇਲ ਕਰਦਾ ਵਾ ਤੇ ਇੱਕ ਆਵਾਜ਼ ਆਉਂਦਾ, ਉਸ ਨੂੰ ਝਪੱਟਾ ਮਾਰ ਦਿੰਦਾ ਵਾ। ਕਹਿੰਦੇ ਫਰੀਦਾ ਦਰਿਆਵੇ ਕੰਨੇ ਬਗਲਾ, ਬੈਠਾ ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ, ਜੋ ਮਨ ਚਿੱਤ ਨਾ ਚੇਤੇ ਸਨ ਸੋ ਗੱਲੀ ਰੱਬ ਕੀਆਂ। ਭਾਵ ਉਸ ਪਰਮਾਤਮਾ ਨਾਲ ਗੱਲਾਂ ਕਰਵਾ ਦਿੱਤੀਆਂ। ਉਸ ਜੋ ਬਗਲਾ ਉਹ ਕੁਝ ਟਾਈਮ ਪਹਿਲਾਂ ਉਸ ਸਮੁੰਦਰ ਦਾ ਨਜ਼ਾਰਾ ਦੇਖ ਰਿਹਾ ਸੀ, ਕਿਤੇ ਪਾਣੀ ਦੇ ਵਿੱਚ ਡੁਬਕੀ ਮਾਰੀ, ਡੱਡੀਆਂ ਮੱਛੀਆਂ ਖਾ ਰਹੀਆਂ, ਕਦੇ ਬਾਹਰ ਆ ਗਿਆ। ਕਹਿੰਦੇ ਜਦੋਂ ਬਾਜ ਨੇ ਝਪੱਟਾ ਮਾਰਿਆ ਤੇ ਫਿਰ ਉਸ ਦਾ ਸਭ ਕੁਝ ਇੱਥੇ ਦਾ ਇੱਥੇ ਹੀ ਰਹਿ ਗਿਆ। ਕਹਿੰਦੇ ਉਸੇ ਤਰ੍ਹਾਂ ਤੇਰੇ ਦੇਹ ਤੇ ਜਿੱਦਾਂ ਉਸ ਕਾਲ ਨੇ ਆ ਕੇ ਝਪੱਟਾ ਮਾਰਿਆ, ਕਹਿੰਦੇ ਤੇਰਾ ਇੱਥੇ ਦਾ ਇੱਥੇ ਹੀ ਰਹਿ ਜਾਣਾ, ਸਭ ਕੁਝ ਅੱਗੇ ਨਹੀਂ ਜਾਵੇਗਾ। ਤੇ ਕਹਿੰਦੇ ਅੱਗੇ ਜਾਣਗੇ ਤੇਰੇ ਕੀਤੇ ਕਰਮ, ਗਾਵੇ ਕੋ ਸਾਜ ਕਰੇ ਤਨ ਖੇ। ਕਹਿੰਦੇ ਫਿਰ ਪਰਮਾਤਮਾ ਸਾਜਦਾ ਤਾਂ ਹੈ। ਜਦੋਂ ਸਮਾਂ ਕਰਵਟ ਲੈਂਦਾ, ਜਦੋਂ ਕਹਿੰਦੇ ਉਸ ਦਾ ਮੌਤ ਦਾ ਦਿਨ ਨੇੜੇ ਆ ਜਾਂਦਾ ਤੇ ਮੌਤ ਫਿਰ ਕਹਿੰਦੇ ਬੰਦੇ ਨੂੰ ਸਭ ਦਰਵਾਜ਼ੇ ਭੰਨ ਕੇ ਮਿਲਦੀ ਹੈ। ਤਨ ਖੇ ਕਹਿੰਦੇ ਫਿਰ ਉਸ ਤਨ ਦਾ ਜਿਹੜਾ ਸਰੀਰ ਆ ਕਹਿੰਦੇ ਖੇ ਹੋ ਜਾਂਦਾ, ਕਿਉਂਕਿ ਕਹਿੰਦੇ ਇਸ ਜਿਵੇਂ ਹਵਾ ਵਿੱਚ ਹਵਾ ਸਮਾਈ ਹੈ, ਮਿੱਟੀ ਵਿੱਚ ਮਿੱਟੀ ਸਮਾ ਜਾਂਦੀ ਹੈ। ਕਹਿੰਦੇ ਉਸੇ ਤਰ੍ਹਾਂ ਤੇਰਾ ਸਰੀਰ ਆ ਮਿੱਟੀ ਤੋਂ ਬਣਿਆ ਤੇ ਮਿੱਟੀ ਹੀ ਹੋ ਜਾਵੇਗਾ, ਕਿਉਂਕਿ ਤੇਰੇ ਸਰੀਰ ਦੀਆਂ ਜੋ ਹੱਡੀਆਂ ਨੇ ਉਹ ਵੀ ਇੱਕ ਦਿਨ ਮਿੱਟੀ ਹੋ ਜਾਣਗੀਆਂ। ਗਾਵੇ ਕੋ ਜੀ ਲੈ ਫਿਰ ਦੇ, ਕਹਿੰਦੇ ਫਿਰ ਪਰਮਾਤਮਾ ਜੀ ਇੱਕ ਹੋਰ ਖੇਡ ਰਚਾਉਂਦੇ ਨੇ। ਸਤਿਗੁਰ ਨੇ ਕਹਿੰਦੇ ਆਵਣ ਜਾਣ ਦਾ ਇੱਕ ਖੇਲ ਬਣਾ ਲਿਆ, ਉਸ ਦੇ ਵਿੱਚ ਵਾਸ ਕੀਤਾ। ਕਿਤੇ ਤਾਂ ਜੀ ਜੋ ਜੀਵ ਜੰਤੂ ਨੇ ਉਸ ਨੂੰ ਇੱਥੇ ਭੇਜ ਦਿੰਦਾ। ਗਾਵੇ ਕੋ ਜੀ ਲੈ ਫਿਰ ਦੇ, ਕਹਿੰਦੇ ਫਿਰ ਤਾਂ ਕਿਤੇ ਦਾ ਜੀਵ ਨੂੰ ਆਪਣੀ ਜਿੰਦ ਵਾਪਸ ਦੇ ਦਿੰਦਾ, ਇੱਕ ਚੋਂ ਕੱਢ ਕੇ ਦੂਸਰੇ ਵਿੱਚ ਪਾ ਦਿੰਦਾ ਵਾ। ਜੀ ਲੈ ਫਿਰ ਦੇ ਕਹਿੰਦੇ ਫਿਰ ਉਸ ਤੋਂ ਖੋਹ ਵੀ ਲੈਂਦਾ, ਖੋਹ ਕੇ ਕਿਸੇ ਹੋਰ ਵਿੱਚ ਪਾਉਂਦਾ, ਤੇ ਇੱਕ ਜੋ ਜਿਸ ਤੋਂ ਕੱਢੀ ਗਈ ਦੇਹ ਕਹਿੰਦੇ ਉਹ ਮਰ ਜਾਂਦਾ ਵਾ, ਜਿਸ ਵਿੱਚ ਪਾਈ ਜਾਂਦੀ ਹੈ ਉਸ ਜਿਉਂਦਾ ਹੋ ਜਾਂਦਾ। ਗਾਵੇ ਕੋ ਜਾਪੈ ਦਿਸੇ ਦੂਰ, ਕਹਿੰਦੇ ਕਈਆਂ ਨੂੰ ਤਾਂ ਜਾਪਦਾ ਕਿ ਪਰਮਾਤਮਾ ਸਾਤੋਂ ਦੂਰ ਆ, ਸਾਤੋਂ ਦੂਰ ਹੀ ਚਲੇ ਗਿਆ, ਪਰ ਕਹਿੰਦੇ ਨਹੀਂ, ਕਹਿੰਦੇ ਪਰਮਾਤਮਾ ਜੀ ਤਾਂ ਇੰਨੇ ਨੇੜੇ ਨੇ, ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਕਹਿੰਦਾ ਤਾਂ ਸਭ ਨੂੰ ਜਾਣਨ ਵਾਲਾ, ਉਹ ਤਾਂ ਘਟ ਵਿੱਚ ਰਮਿਆ ਹੋਇਆ ਵਾ। ਕਹਿੰਦੇ ਜੇ ਉਸ ਨੂੰ ਜਾਣੋਗੇ ਨਾ ਕਿ ਉਹ ਦੂਰ ਆ, ਕਹਿੰਦੇ ਉਹ ਦੂਰ ਨਹੀਂ। ਕਹਿੰਦੇ ਯਾਦ ਕਰੋ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ, ਜਿਨ੍ਹਾਂ ਨੇ ਆਪਣੇ ਪਰਮਾਤਮਾ ਨੂੰ ਅੱਖੀਂ ਦੇਖਿਆ। ਉਹਨਾਂ ਨੂੰ ਪਤਾ ਸੀ ਕਿ ਅਸੀਂ ਨੀਹਾਂ ਦੇ ਵਿੱਚ ਚੁਣੇ ਜਾਣਾ, ਜਾਂ ਅਸੀਂ ਚਮਕੌਰ ਸਾਹਿਬ ਦੀ ਗਲੀ ਵਿੱਚ ਅਸੀਂ ਸ਼ਹੀਦ ਹੋ ਜਾਣਾ। ਉਹਨਾਂ ਨੂੰ ਪਤਾ ਸੀਗਾ, ਪਰ ਉਹ ਡਰੇ ਨਹੀਂ, ਘਬਰਾਏ ਨਹੀਂ। ਕਿਉਂ ਨਹੀਂ ਘਬਰਾਏ? ਕਿਉਂਕਿ ਉਹਨਾਂ ਦੇ ਅੰਦਰ ਰੱਬ ਦੇ ਨਾਲ ਪਿਆਰ ਆ। ਜੋ ਗੁਰਬਾਣੀ ਦਾ ਬੂਟਾ ਲਾਇਆ, ਸਿੱਖੀ ਦਾ ਬੂਟਾ ਲੱਗਿਆ, ਕਹਿੰਦੇ ਉਹ ਲੱਗਿਆ ਹੋਇਆ ਵਾ, ਪਰ ਉਹਨਾਂ ਨੂੰ ਦੂਰ ਨਹੀਂ ਜਾਪਦਾ, ਕਿਉਂਕਿ ਸਾਡੀ ਮੱਤ ਤੇ ਪਰਦਾ ਪਿਆ ਹੋਇਆ ਵਾ। ਅਸੀਂ ਪਰਦੇ ਨੂੰ ਚੁੱਕ ਹੀ ਨਹੀਂ ਸਕਦੇ, ਤੇ ਪਰਦੇ ਦੀ ਗੱਲ ਤਾਂ ਬਹੁਤ ਦੂਰ ਦੀ ਗਈ ਆ। ਅਸੀਂ ਤਾਂ ਸਵੇਰ ਦੇ ਟਾਈਮ ਆਪਣੇ ਤੋਂ ਉੱਪਰ ਦਿੱਤੀ ਹੋਈ ਚਾਦਰ ਹੀ ਨਹੀਂ ਚੁੱਕ ਸਕਦੇ, ਤੇ ਉਸ ਪਰਮਾਤਮਾ ਨੇ ਵੱਲੋਂ ਤਾਂ ਪਰਦਾ ਪਾਇਆ ਤਾਂ ਬਹੁਤ ਦੂਰ ਹੈ। ਕਹਿੰਦੇ ਕਿਉਂਕਿ ਪਰਮਾਤਮਾ ਹੀ ਪਰਦੇ ਨੂੰ ਚੱਕ ਸਕਦਾ। ਜੇ ਅਸੀਂ ਉਦਮ ਕਰਾਂਗੇ ਨਾ, ਤੇ ਤਾਂ ਹੀ ਉਸ ਪਰਮਾਤਮਾ ਨੂੰ ਪਾ ਸਕਾਂਗੇ। ਕਿਉਂਕਿ ਜੇ ਅਸੀਂ ਸਵੇਰੇ ਹੀ ਆਪਣੇ ਤਨ ਦੇ ਉੱਤੋਂ ਕੋਈ ਕੱਪੜਾ ਹੀ ਨਾ ਚੱਕ ਸਕੇ, ਤੇ ਕਹਿੰਦੇ ਫਿਰ ਉਸ ਪਰਮਾਤਮਾ ਦੀ ਵਡਿਆਈ ਕੀਤੀ ਨਾਲ ਕੁਝ ਵੀ ਨਹੀਂ ਬਣਨ ਲੱਗਾ। ਗਾਵੇ ਕੋ ਜਾਪੇ ਦਿਸੇ ਦੂਰ, ਕਹਿੰਦੇ ਫਿਰ ਪਰਮਾਤਮਾ ਕਈਆਂ ਨੂੰ ਦੂਰ ਦਿਸਦਾ, ਪਰ ਨਹੀਂ, ਉਹ ਤਾਂ ਹਰੇਕ ਦੇ ਹਿਰਦੇ ਦੇ ਅੰਦਰ ਹੈ। ਉਹ ਹਰੇਕ ਚੀਜ਼ ਦੇ ਅੰਦਰ ਆ, ਕਿਉਂਕਿ ਇਸ ਸ੍ਰਿਸ਼ਟੀ ਵਿੱਚ ਉਸ ਦਾ ਹੀ ਵਾਸਾ ਵਾ।
ਗਾਵੇ ਕੋ ਵੇਖੇ ਹਾਦਰਾ ਹਦੂਰ। ਕਹਿੰਦੇ ਕਈਆਂ ਨੂੰ ਤਾਂ ਇਸ ਤਰ੍ਹਾਂ ਗਾਇਨ ਹੁੰਦਾ ਕਿ ਹਜ਼ਾਰਾਂ ਹੀ ਉਸ ਨੂੰ ਹਾਜ਼ਰ ਨਾਜ਼ਰ ਜਾਣਦੇ ਨੇ, ਹਾਜ਼ਰ ਨਾਜ਼ਰ ਰਹਿ ਕੇ ਦੇਖਦੇ ਨੇ ਕਿ ਪ੍ਰਮਾਤਮਾ ਹਾਜ਼ਰ ਨਾਜ਼ਰ ਹੈ, ਕੋਈ ਗਲਤ ਕੰਮ ਕਰਨ ਤੋਂ ਰੋਕ ਲਏ ਨੇ। ਇੱਕ ਵਾਰੀ ਇੱਕ ਮਾਂ ਦੇ ਘਰ ਪੁੱਤਰ ਨੇ ਜਨਮ ਲਿਆ। ਪਹਿਲਾਂ ਤਾਂ ਬੜੀਆਂ ਆਸਾਂ ਲਾ ਕੇ ਪੁੱਤਰ ਨੂੰ ਪਾਲਿਆ। ਜਦ ਪੁੱਤਰ ਵੱਡਾ ਹੋ ਗਿਆ, ਮਾਂ ਦੇ ਕਹਿਣੇ ਤੋਂ ਬਾਹਰ ਹੋ ਗਿਆ, ਕਹਿੰਦੇ ਫਿਰ ਕਈਆਂ ਨੇ ਆ ਕੇ ਸ਼ਿਕਾਇਤ ਵੀ ਕੀਤੀ ਕਿ ਆਪਣੇ ਪੁੱਤਰ ਨੂੰ, ਆਪਣੇ ਬੱਚੇ ਨੂੰ ਆਪਣੇ ਕੰਟਰੋਲ ਵਿੱਚ ਕਰੋ, ਨਹੀਂ ਤਾਂ ਇਹ ਦੁਨੀਆਦਾਰੀ ਐਸੀ ਹੈ ਕਿ ਉਹ ਰੁਲ ਜਾਵੇਗਾ। ਤੇ ਮਾਂ ਨੇ ਅਰਦਾਸਾਂ ਕੀਤੀਆਂ ਨੇ ਤੇ ਕਹਿੰਦੇ ਜਾਂ ਤਾਂ ਸਾਡੇ ਮੰਗਣ ਵਿੱਚ ਹੀ ਕੋਈ ਘਾਟ ਹੋ ਸਕਦੀ ਆ, ਤੇ ਜਾਂ ਫਿਰ ਉਸ ਪਰਮਾਤਮਾ ਨੇ ਦੇਰ ਲਾ ਦਿੱਤੀ ਹੈ, ਕਿਉਂਕਿ ਪਰਮਾਤਮਾ ਦੇ ਘਰ ਵਿੱਚ ਦੇਰ ਆ ਅੰਧੇਰ ਨਹੀਂ। ਉਹ ਦਿੰਦਾ ਤਾਂ ਹੈ, ਪਹਿਲੋਂ ਪਰਖਦਾ ਜ਼ਰੂਰ ਆ। ਗਾਵੇ ਕੋ ਵੇਖੇ ਹਾਦਰਾ ਹਦੂਰ। ਕਹਿੰਦੇ ਕਈਆਂ ਨੂੰ ਤਾਂ ਦੂਰ ਹੀ ਲੱਗਦਾ ਵਾ, ਪਰ ਉਹ ਪਰਮਾਤਮਾ ਜਿਸ ਨੂੰ ਮਿਲਦਾ ਕਹਿੰਦੇ ਉਸੇ ਨੂੰ ਹੀ ਮਿਲਦਾ। ਜਦੋਂ ਉਸ ਮਨੁੱਖ ਨੂੰ ਠੋਕਰਾਂ ਪਈਆਂ ਨਾ, ਉਸ ਬੇਟੇ ਨੂੰ ਠੋਕਰਾਂ ਪਈਆਂ, ਤੇ ਕਹਿੰਦੇ ਅੰਤ ਤੋਂ ਵਾਪਸ ਮੁੜਿਆ, ਕਹਿੰਦਾ ਪਰਮਾਤਮਾ ਜੀ ਨੇ ਮੈਨੂੰ ਬਖਸ਼ ਲਿਆ ਮਾਤਾ, ਕਿਤੇ ਇਹ ਨਹੀਂ ਹੋਇਆ ਕਿ ਮੈਂ ਇਸ ਜਗ੍ਹਾ ਤੋਂ ਦੂਰ ਚਲੇ ਗਿਆ, ਤੈਨੂੰ ਭੁੱਲ ਹੀ ਗਿਆ। ਕਹਿੰਦੇ ਪਰ ਨਹੀਂ, ਮੇਰੇ ਅੰਦਰ ਚੋਟਾਂ ਪਈਆਂ, ਤੇ ਕਹਿੰਦੇ ਮੇਰੇ ਅੰਦਰ ਜੋ ਤਿੱਖੇ ਬਾਣ ਨੇ ਬਚਨ ਖੁਵੇ ਕਿ ਮਾਂ ਬਾਪ ਬਿਨ ਬਾਲ ਨਾ ਹੋਈ। ਕਹਿੰਦੇ ਵੀ ਮਾਤਾ ਪਿਤਾ ਤੋਂ ਬਿਨਾਂ ਬਾਲ ਹੀ ਨਹੀਂ ਪੈਦਾ ਹੋ ਸਕਦਾ। ਕਹਿੰਦੇ ਉਸੇ ਤਰ੍ਹਾਂ ਮੈਨੂੰ ਸਮਝ ਆ ਗਈ ਕਿ ਮੇਰੇ ਜੋ ਫਰਜ਼ ਹੈ, ਕਹਿੰਦੇ ਮੇਰੀ ਮਾਂ ਵਾ, ਮੇਰੇ ਬਾਪ ਆ ਜਿਹੜਾ ਉਹ ਹੈ, ਕਹਿੰਦੇ ਉਸ ਤੋਂ ਬਿਨਾਂ ਇਸ ਸੰਸਾਰ ਅੰਦਰ ਹੈ ਹੀ ਕੁਝ ਨਹੀਂ। ਕਹਿੰਦੇ ਮੈਨੂੰ ਲੱਗਦਾ ਸੀ ਕਿ ਤੁਹਾਤੋਂ ਦੂਰ ਹੋ ਕੇ ਮੈਂ ਬਹੁਤ ਕੁਝ ਪਾ ਲਵਾਂਗਾ। ਉਸੇ ਤਰ੍ਹਾਂ ਪਰਮਾਤਮਾ ਜੀ ਕਹਿੰਦੇ ਨੇ, ਕਹਿੰਦੇ ਅਸੀਂ ਦੇਖਦੇ ਹਾਂ ਕਿ ਰੱਬ ਦੂਰ ਹੈ, ਪਰ ਅਸੀਂ ਪਾ ਲਵਾਂਗੇ। ਕਹਿੰਦੇ ਉਹ ਤਾਂ ਤੇਰੇ ਅੰਦਰ ਬੈਠਾ, ਤੂੰ ਉਦੋਂ ਹੀ ਨਹੀਂ ਪਾ ਸਕਦਾ। ਕਹਿੰਦੇ ਫਿਰ ਅਗਲੀ ਪੰਕਤੀ ਵਿੱਚ ਸਤਿਗੁਰ ਸਮਝਾਉਣਾ ਚਾਹੁੰਦੇ ਨੇ, ਕਹਿੰਦੇ ਕਥਨਾ ਕਥੀ ਨ ਆਵੇ ਟੋਟ। ਕਹਿੰਦੇ ਕਥ ਕਥ ਕੇ ਭਾਵ ਬਹੁਤ ਟਾਈਮ ਕਹਿ ਕੇ ਵੀ ਅਸੀਂ ਉਸ ਪਰਮਾਤਮਾ ਦਾ ਅੰਤ ਹੀ ਨਹੀਂ ਪਾ ਸਕਦੇ ਕਿ ਉਹ ਪਰਮਾਤਮਾ ਹੈ ਕਿੱਡਾ ਵੱਡਾ। ਕਥ ਕਥ ਕਥੀ ਕੋਟੀ ਕੋਟ ਕੋਟ। ਕਹਿੰਦੇ ਅਸੀਂ ਅਨੇਕਾਂ ਹੀ ਕਥ ਕਥ ਕੇ ਭਾਵ ਬੋਲ ਬੋਲ ਕੇ ਲਿਖ ਲਿਖ ਕੇ ਦੇਖਿਆ, ਕੋਟੀ ਕੋਟ ਕੋਟ। ਕਹਿੰਦੇ ਪਰ ਕਰੋੜਾਂ ਵੇਰੀ ਅਸੀਂ, ਕਰੋੜਾਂ ਤੋਂ ਵੀ ਵੱਧ ਵੇਰੀ ਉਸ ਪਰਮਾਤਮਾ ਨੂੰ ਲਿਖ ਲਈਏ, ਗਾ ਲਈਏ, ਕਹਿੰਦੇ ਪਰ ਉਹ ਪੂਰਾ ਹੀ ਨਹੀਂ ਹੁੰਦਾ। ਕਿਉਂ ਨਹੀਂ ਪੂਰਾ ਹੁੰਦਾ? ਕਹਿੰਦੇ ਉਸ ਦਾ ਅੰਤ ਹੀ ਨਹੀਂ ਕੋਈ। ਜਿਵੇਂ 84 ਲੱਖ ਜੂਨ ਦਾ ਨਹੀਂ ਨਾ ਪਤਾ ਕਿ ਕਿੱਥੋਂ ਸਟਾਰਟ ਹੁੰਦੀ ਹੈ ਤੇ ਕਿੱਥੇ ਖਤਮ ਹੁੰਦੀ ਹੈ ਤੇ ਕਿੱਥੋਂ ਦੁਬਾਰਾ ਸ਼ੁਰੂ ਹੁੰਦੀ ਹੈ। ਕਹਿੰਦੇ ਜਿਵੇਂ ਸਮੁੰਦਰਾਂ ਦਾ ਨਹੀਂ ਪਤਾ ਲੱਗਦਾ ਵੀ ਕਿੱਥੋਂ ਸਟਾਰਟ ਹੋਇਆ ਤੇ ਕਿੱਥੇ ਖਤਮ ਹੁੰਦਾ, ਕਹਿੰਦੇ ਉਸੇ ਤਰ੍ਹਾਂ ਇਸ ਸੰਸਾਰ ਅੰਦਰ ਸੰਸਾਰ ਦਾ ਨਹੀਂ ਪਤਾ ਲੱਗਦਾ ਕਿ ਕਿੱਥੋਂ ਸ਼ੁਰੂ ਹੁੰਦਾ ਤੇ ਕਿੱਥੇ ਖਤਮ ਹੁੰਦਾ। ਕਹਿੰਦੇ ਪਰ ਜੋ ਮਨੁੱਖ ਇਸ ਧਰਤੀ ਤੇ ਆਉਂਦਾ, ਮਨੁੱਖ ਦਾ ਆਉਣਾ ਲਿਖਿਆ ਜਾਂਦਾ, ਉਸ ਦਾ ਜਾਣਾ ਵੀ ਲਿਖਿਆ ਜਾਂਦਾ। ਕਹਿੰਦੇ ਪਰ ਉਸ ਦਾ ਅੰਤ ਪਾਇਆ ਜਾਂਦਾ ਵਾ ਮਨੁੱਖ ਦਾ, ਪਰ ਪਰਮਾਤਮਾ ਜੀ ਦਾ ਅੰਤ ਨਹੀਂ ਪਾਇਆ ਜਾ ਸਕਦਾ। ਦਿੰਦੇ ਦੇ ਲੈਂਦੇ ਥੱਕ ਪਾਹੇ। ਕਹਿੰਦੇ ਪਰਮਾਤਮਾ ਜੀ ਦੇ ਤਾਂ ਰਹੇ ਨੇ, ਪਰ ਅਸੀਂ ਦਿੰਦੇ ਦਿੰਦੇ ਲੈਂਦੇ ਲੈਂਦੇ ਅਸੀਂ ਥੱਕ ਜਾਂਦੇ ਹਾਂ। ਪਰਮਾਤਮਾ ਜੀ ਦੇ ਰਹੇ ਨੇ, ਦਾਤਾਂ ਦੇ ਰਹੇ ਨੇ, ਅਸੀਂ ਮੰਗ ਰਹੇ ਹਾਂ। ਮੈਂ ਕਈਆਂ ਨੂੰ ਸੁਣਿਆ ਕਿ ਪਰਮਾਤਮਾ ਜੀ ਨੇ ਸਾਡੀ ਅਰਦਾਸ ਪੂਰੀ ਨਹੀਂ ਕੀਤੀ। ਬਹੁਤ ਲੋਕ ਐਸੇ ਨੇ, ਕਹਿੰਦੇ ਅਸੀਂ ਪਰਮਾਤਮਾ ਜੀ ਦੇ ਘਰ ਜਾਂਦੇ ਹਾਂ ਪਰ ਸਾਨੂੰ ਕੁਝ ਪ੍ਰਾਪਤ ਨਹੀਂ ਹੋਇਆ। ਉਹ ਭਲਿਓ ਪਰਮਾਤਮਾ ਜੀ ਨੇ ਤਾਂ ਤੁਹਾਨੂੰ ਦੇਖਣਾ ਚਾਹੁੰਦੇ ਆ ਕਿ ਮੇਰੇ ਉੱਤੇ ਇਹਨਾਂ ਨੂੰ ਸ਼ੰਕਾ ਤਾਂ ਨਹੀਂ, ਕੋਈ ਸਵਾਲ ਜਵਾਬ ਤਾਂ ਨਹੀਂ। ਤੁਹਾਨੂੰ ਦੇਖਣਾ ਚਾਹੁੰਦੇ ਕਿ ਤੁਹਾਡਾ ਹਿਰਦਾ ਅੰਦਰੋਂ ਸ਼ੁੱਧ ਹੋ ਗਿਆ, ਤੁਹਾਡੀ ਦਾਤ ਆ ਜਿਹੜੀ ਤੁਹਾਡੇ ਕਰਮਾਂ ਤੋਂ ਵੱਡੀ ਤਾਂ ਨਹੀਂ। ਕਹਿੰਦੇ ਪਰਮਾਤਮਾ ਜੀ ਹਰੇਕ ਜੀਵ ਨੂੰ ਰਿਜ਼ਕ ਦਿੰਦੇ ਆ, ਪੱਥਰਾਂ ਵਿੱਚ ਵੀ ਖਾਣ ਨੂੰ ਦਿੰਦੇ ਆ। ਕਹਿੰਦੇ ਪਰ ਤੂੰ ਤਾਂ ਮਨੁੱਖਾਂ, ਤੇਰਾ ਤਾਂ ਜਨਮ ਹੋਇਆ ਤੇ ਤਾਂ ਹੋਇਆ, ਤੇਰਾ ਪਹਿਲੋਂ ਲਿਖਣਾ
ਤੇਰਾ ਖਾਣਾ ਤੇਰੇ ਕਰਮਾਂ ਵਿੱਚ ਲਿਖਿਆ ਗਿਆ, ਤੇਰਾ ਮਰਨਾ ਤੇਰੇ ਕਰਮਾਂ ਵਿੱਚ ਲਿਖਿਆ ਗਿਆ। ਕਹਿੰਦੇ ਉਸ ਪਰਮਾਤਮਾ ਤੋਂ ਦਾਤ ਲੈਣ ਲੱਗਿਆ ਇੱਕ ਵਾਰ ਸੋਚ ਲਿਆ ਕਰ ਕਿ ਦਾਤ ਤਾਂ ਪਰਮਾਤਮਾ ਨੇ ਬਖਸ਼ਣੀ ਆ, ਭਾਵੇਂ ਦੇਰ ਨਾਲ ਹੀ ਸਹੀ। ਜੇ ਅਸੀਂ ਕਹਿ ਦਈਏ ਨਾ ਕਿ ਪਰਮਾਤਮਾ ਜੀ ਦੇਰ ਕਰ ਰਹੇ ਨੇ, ਉਹ ਦੇਖ ਰਹੇ ਹੁੰਦੇ ਨੇ ਕਿ ਇਹ ਪਰਮਾਤਮਾ ਜੀ ਵੀ ਮੇਰੇ ਤੇ ਇਹ ਟਿਕ ਰਹੇ ਨੇ ਕਿ ਕਿਤੇ ਹੋਰ ਤਾਂ ਨਹੀਂ ਜਾਂਦੇ। ਕਹਿੰਦੇ ਜਿਹੜੇ ਅੰਦਰੋਂ ਭਰੇ ਹੁੰਦੇ ਨੇ ਨਾ, ਹੰਕਾਰ ਕਰਦੇ ਨੇ, ਕਹਿੰਦੇ ਫਿਰ ਇੱਕ ਦਰ ਛੱਡ ਕੇ ਉਹ ਦਰ ਦੀਆਂ ਠੋਕਰਾਂ ਦਾ ਖਾ ਲੈਂਦੇ ਨੇ, ਪਰ ਉਹ ਇੱਕ ਤੇ ਟੇਕ ਨਹੀਂ ਰੱਖਦੇ। ਕਿਉਂਕਿ ਦੱਦਾ ਦਾਤਾ ਇੱਕ ਹੈ, ਸਭ ਕੋ ਦੇਵਨਹਾਰ, ਦਿੰਦੇ ਟੋਟ ਨਾ ਆਵੇ ਅਗਣਤ ਭਰੇ ਭੰਡਾਰ। ਕਹਿੰਦੇ ਉਸ ਪਰਮਾਤਮਾ ਦੇ ਤਾਂ ਭੰਡਾਰ ਇੰਨੇ ਕੁ ਭਰੇ ਪਏ ਨੇ ਕਿ ਕੋਈ ਅੰਤ ਹੀ ਨਹੀਂ ਪਾਇਆ ਜਾ ਸਕਦਾ ਉਸ ਦਾ। ਕਹਿੰਦੇ ਇਤਨੀਆਂ ਦਾਤਾਂ ਦੇਣ ਵਾਲੇ ਨੇ। ਜੁਗਾਂ ਜਗਾਂਤਰ ਖਾਹੀ ਖਾਹੇ, ਕਹਿੰਦੇ ਤੇਰਾ ਰਿਜ਼ਕ ਆ ਜਿਹੜਾ ਤੇਰੇ ਜਨਮ ਤੋਂ ਪਹਿਲੋਂ ਲਿਖਿਆ ਗਿਆ ਵਾ। ਤੇ ਅਸੀਂ ਕਹਿ ਦਿੰਦੇ ਹਾਂ ਕਿ ਪਰਮਾਤਮਾ ਜੀ ਨੇ ਸੰਸਾਰ ਅੰਦਰ ਭੇਜਣ ਤੋਂ ਪਹਿਲਾਂ ਇਸ ਜੀਵ ਦਾ ਖਾਣਾ ਲਿਖਿਆ ਵਾ, ਪਹਿਨਣਾ ਲਿਖਿਆ, ਕਿਸ ਘਰ ਇਹਨੇ ਜਨਮ ਲੈਣਾ ਇਸ ਦਾ ਉਹ ਲਿਖਿਆ ਗਿਆ ਵਾ। ਤੇ ਪਰਮਾਤਮਾ ਜੀ ਨੂੰ ਸ਼ੁਕਰੀਆ ਕਰੀਏ ਕਿ ਪਰਮਾਤਮਾ ਜੀ ਨੇ ਸਾਡਾ ਜਨਮ ਉਸ ਗੁਰੂ ਘਰ ਦੇ ਪਿਆਰਿਆਂ ਦੇ ਘਰ ਕਰਵਾਇਆ, ਜੋ ਉਸ ਗੁਰੂ ਘਰ ਨੂੰ ਮੰਨਦੇ ਨੇ, ਜੋ ਗੁਰੂ ਜੀ ਦਾ ਅਦਬ ਕਰ ਰਹੇ ਨੇ। ਨਹੀਂ ਤਾਂ ਬਹੁਤ ਇਸ ਦੁਨੀਆ ਤੇ ਨਾਸਤਕ ਨੇ ਜੋ ਗੁਰੂ ਜੀ ਦੇ ਅੰਗਾਂ ਨੂੰ ਤਾਂ ਛੇੜਖਾਨੀਆਂ ਕਰ ਲੈਂਦੇ ਨੇ, ਸਰੂਪ ਵੀ ਉਠਾ ਲੈਂਦੇ ਨੇ, ਪਰ ਉਹਨਾਂ ਦੇ ਅੰਦਰ ਮੈਲ ਭਰੀ ਆ। ਉਹ ਮੈਲੀ ਅੱਖ ਨਾਲ ਹੀ ਦੇਖਣਗੇ, ਉਸ ਨੂੰ ਪ੍ਰਤੱਖ ਨਹੀਂ ਜਾਣਦੇ ਕਿ ਪਰਮਾਤਮਾ ਹਾਜ਼ਰ ਨਾਜ਼ਰ ਆ। ਜੇ ਕੋਈ ਕਰਮ ਵੀ ਕਰਨਗੇ, ਕਹਿੰਦੇ ਲੋਕੇ ਕਰਨਗੇ ਵੀ ਸਾਨੂੰ ਕੋਈ ਦੇਖ ਤਾਂ ਨਹੀਂ ਰਿਹਾ, ਪਰ ਪਰਮਾਤਮਾ ਜੀ ਕਹਿੰਦੇ ਤਾਂ ਘਟ ਘਟ ਕੇ ਅੰਤਰ ਕੀ ਜਾਣਤਾ, ਤਾਂ ਹਰੇਕ ਦੀਆਂ ਜਾਣ ਲੈਂਦਾ ਕਿ ਇਸ ਨੇ ਕੀ ਕਰਨਾ ਤੇ ਕੀ ਨਹੀਂ ਕਰਨਾ। ਤੇ ਫਿਰ ਕਹਿੰਦੇ ਜਦੋਂ ਮਾਫੀ ਮੰਗਦਾ ਨਾ, ਤੇ ਸਤਿਗੁਰ ਜੀ ਫਿਰ ਕਹਿੰਦੇ ਨੇ, ਕਹਿੰਦੇ ਤੇਰੇ ਕੀਤੇ ਕਰਮਾਂ ਤੇ ਤੇਰਾ ਪਰਦਾ ਪਾਉਣ ਲੱਗਿਆ, ਅੱਗੇ ਤੋਂ ਮਾੜੇ ਕਰਮ ਨਾ ਕਰੀ। ਕਹਿੰਦੇ ਫਿਰ ਜਗਿਆਸੂ ਕਈ ਵਾਰੀ ਸੰਭਲ ਵੀ ਜਾਂਦਾ ਕਿ ਪਰਮਾਤਮਾ ਨੇ ਮੈਨੂੰ ਬਚਨ ਕੀਤੇ ਕਿ ਤੂੰ ਸੰਭਲ ਜਾ। ਪਰਮਾਤਮਾ ਜੀ 3 ਵਾਰ ਦਿੰਦੇ ਨੇ ਕਿ ਸੰਭਲ, ਜੋ ਚੱਲ ਰਿਹਾ ਸਮਾਂ ਇਸ ਦੇ ਵਿੱਚ ਸੰਭਲ ਜਾ। ਫਿਰ ਜਵਾਨੀ ਆਉਂਦੀ ਹੈ, ਕਹਿੰਦੇ ਉਦੋਂ ਫਿਰ ਥੋੜ੍ਹੀ ਜੀ ਉਦੋਂ ਸੰਭਲ ਜਾ। ਕਹਿੰਦੇ ਫਿਰ ਵਡੇਪੇ ਵੇਲੇ ਤੈਨੂੰ ਸੰਭਲਣਾ ਪੈਂਦਾ ਕਿ ਪਰਮਾਤਮਾ ਜੀ ਦਾ ਹੁਣ ਨਾਮ ਜਪ ਲਈਏ। ਕਹਿੰਦੇ ਜਦੋਂ ਤੂੰ ਇਸ ਸੰਸਾਰ ਅੰਦਰ ਆਇਆ ਸੀ, ਉਦੋਂ ਹੀ ਕਿਤੇ ਉਸ ਦਾ ਪਰਮਾਤਮਾ ਦਾ ਨਾਮ ਜਪਿਆ ਹੁੰਦਾ। ਜੋ ਵਡੇਪੇ ਵੇਲੇ ਤੈਨੂੰ ਔਕੜਾਂ ਆਉਂਦੀਆਂ ਨੇ ਕਿ ਮੈਂ ਮਰਨਾ ਵਾਂ, ਤੈਨੂੰ ਡਰ ਲੱਗਣ ਲੱਗ ਜਾਂਦਾ, ਕਹਿੰਦੇ ਫਿਰ ਤੇਰੇ ਇਹ ਡਰ ਸਭ ਚੱਕੇ ਜਾਣੇ ਸੀ। ਕਿਉਂਕਿ ਉਸ ਪਰਮਾਤਮਾ ਨੂੰ ਦੇ ਤਾਂ ਸਭ ਨੂੰ ਰਿਹਾ, ਰਿਜ਼ਕ ਵੀ ਦੇ ਰਿਹਾ, ਜੁਗਾ ਜੁਗਾਂਤਰ ਖਾਹੀ ਖਾਏ। ਕਹਿੰਦੇ ਜੁਗਾਂ ਜੁਗਾਂ ਤੋਂ ਚੱਲਦਾ ਆ ਰਿਹਾ ਵਾ, ਕਿਉਂਕਿ ਇਹ ਖੇਲ ਹੀ ਪਰਮਾਤਮਾ ਨੇ ਐਸਾ ਬਣਾਇਆ, ਆਪ ਵਿੱਚ ਵਾਸ ਕਰ ਗਏ। ਜਿਵੇਂ ਕੋਈ ਘੁਮਿਆਰ ਨੇ ਘੜਾ ਬਣਾਇਆ, ਉਹ ਤੋਂ ਲੱਗ ਰਹਿ ਗਿਆ, ਕਿਸੇ ਕਾਰੀਗਰ ਨੇ ਕੋਈ ਚੀਜ਼ ਬਣਾਈ, ਉਹ ਤੋਂ ਵੱਖ ਹੋ ਗਿਆ। ਕਹਿੰਦੇ ਪਰ ਉਦੋਂ ਤੱਕ ਸੀਮਤ ਆ ਉਸ ਦੇ ਨਾਲ, ਜਦੋਂ ਤੱਕ ਉਸ ਦੀ ਚੀਜ਼ ਵਿਕ ਨਹੀਂ ਜਾਂਦੀ, ਕੋਈ ਖਰੀਦ ਕੇ ਨਹੀਂ ਲੈ ਆਉਂਦਾ। ਕਹਿੰਦੇ ਪਰ ਪਰਮਾਤਮਾ ਜੀ ਨੇ ਆਪ ਹੀ ਧਰਤੀ ਸਾਜ ਕੇ, ਸ੍ਰਿਸ਼ਟੀ ਨੂੰ ਸਾਜ ਕੇ ਆਪ ਵਿੱਚ ਵਾਸਾ ਕਰ ਲਿਆ। ਉਹ ਖਾਣਾ ਵੀ ਦੇ ਰਿਹਾ ਵਾ। ਤੇ ਅੱਗੇ ਪੰਗਤੀ ਵਿੱਚ ਸਮਝਾਉਣਾ ਕਰਦੇ ਨੇ, ਹੁਕਮੀ ਹੁਕਮ ਚਲਾਏ ਰਾਹ। ਕਹਿੰਦੇ ਜੋ ਹੁਕਮ ਦੇ ਦੱਸੇ ਹੋਏ ਰਾਹ ਤੇ ਚੱਲੇਗਾ ਨਾ, ਉਸ ਦੇ ਗੁਣ ਗਾਇਨ ਕਰੇਗਾ, ਉਸ ਨੂੰ ਅਥਾਹ ਗੁਰਬਾਣੀ ਵਿੱਚੋਂ ਇਹ ਬਚਨ ਮਿਲ ਜਾਣਗੇ ਕਿ ਇਸ ਪਰਮਾਤਮਾ ਦੇ ਘਰ ਆ ਕੇ ਤੁਹਾਡੀਆਂ ਮੁਸ਼ਕਲ ਤੋਂ ਮੁਸ਼ਕਲ ਵੀ, ਔਖੀਆਂ ਤੋਂ ਔਖੀਆਂ, ਜੋ ਇਸ ਸੰਸਾਰ ਅੰਦਰ ਤੁਹਾਡਾ ਜੀਵਨ ਔਖਾ ਹੈ, ਕਹਿੰਦੇ ਉਹ ਵੀ ਸੌਖਾ ਬਣ ਜਾਵੇਗਾ। ਜੋ ਤੁਸੀਂ ਕਹਿੰਦੇ ਕਿ ਸਾਡੇ ਜੀਵਨ ਵਿੱਚ ਔਖੀਆਂ ਔਕੜਾਂ ਆਉਂਦੀਆਂ ਨੇ, ਕਹਿੰਦੇ ਉਹ ਵੀ ਇੱਕ ਦਿਨ ਢਲ ਜਾਣਗੀਆਂ। ਉਸ ਪਰਮਾਤਮਾ ਦੀ ਗੁਰਬਾਣੀ ਨੂੰ ਪੜ੍ਹਨਾ ਕਰੀਏ, ਤਾਂ ਜੋ ਸਾਡੇ ਅੰਦਰ ਵੀ ਉਸ ਹੁਕਮ ਦੀ ਵਿਚਾਰ ਸਰਵਣ ਕਰੀਏ। ਕਿਉਂਕਿ ਸਾਡਾ ਅੰਦਰੋਂ ਮਨ ਸ਼ੁੱਧ ਨਹੀਂ ਹੈ। ਅਸੀਂ ਸੁਣਿਆ ਤਾਂ ਬਹੁਤ ਹੈ, ਸੁਣ ਕੇ ਮੰਨਿਆ ਵੀ ਨਹੀਂ, ਮੰਨਣਾ ਵੀ ਪੈਣਾ, ਤਾਂ ਜੋ ਅਸੀਂ ਉਸ ਪਰਮਾਤਮਾ ਦੇ ਘਰ ਦੀ ਵਡਿਆਈ ਕਰ ਸਕੀਏ, ਅਸੀਂ ਵੀ ਵੱਡਿਆਂ ਭਾਗਾਂ ਵਾਲੇ ਬਣ ਸਕੀਏ। ਨਾਨਕ